सत श्री अकाल। मैं हाँ जसवीर ते टीवी पंजाब दे खबरां दे इस बुलेटिन च तुहाडा स्वागत है। सब तो पहला एक नज़र पाउने आ अज दीआं खास खबरां ते। भाजपा दे मलोट बंद नूं मिलिया रलमा मिलमा ਹੁੰਗਾਰਾ। सैकड़े किसानां ने मलोट विखे रोस मार्च कढ के परचे रद्द करन दी कीती मंग। हालात तणावपूर्ण हुंदे वेख मलोट च वड्डी गिणती च पुलिस बल कीता गया तैनात। महापंचायत दौरान किसान आगुआं ने दित्ती केंद्र नूं चेतावनी। राज्यपाल ने कहा सख्त फैसले लैण दा समा आया। सरकार अपणियां हरकतां तो आवे बाज। सरकार जिद्दी तां किसान महाजिद्दी। 8 अप्रैल ਨੂੰ ਬਟਾਲਾ ਦੀ ਦਾਣਾ ਮੰਡੀ ਵਿਖੇ ਹੋਵੇਗੀ ਕਿਸਾਨ ਮਹਾਪੰਚਾਇਤ। ਸੰਯੁਕਤ ਕਿਸਾਨ ਮੋਰਚੇ ਦੇ ਚੋਟੀ ਦੇ ਆਗੂ ਲੈਣਗੇ ਭਾਗ। ਗਾਇਕ ਤੇ ਕਲਾਕਾਰ ਵੀ ਲਗਵਾਉਣਗੇ ਮਹਾਪੰਚਾਇਤ 'ਚ ਹਾਜ਼ਰੀ। ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਦੀ ਨਿਹੰਗ ਸਿੰਘਾਂ ਦੇ ਕਰਤਬਾਂ ਨਾਲ ਸਮਾਪਤੀ। ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਮ ਸੰਦੇਸ਼। ਮੌਜੂਦਾ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਲਈ ਦੱਸਿਆ ਖਤਰਨਾਕ। ਅਤੇ ਦੇਸ਼ ਭਰ 'ਚ ਮਨਾਇਆ ਗਿਆ ਹੋਲੀ ਦਾ ਤਿਉਹਾਰ। ਬੱਚਿਆਂ ਨੌਜਵਾਨਾਂ ਤੇ ਔਰਤਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਈ ਹੋਲੀ। ਦੇਸ਼ ਦੁਨੀਆ ਦੇ ਸਿਆਸੀ ਆਗੂਆਂ ਨੇ ਦਿੱਤੀ ਹੋਲੀ ਦੇ ਤਿਉਹਾਰ ਦੀ ਵਧਾਈ। ਤੇ ਹੁਣ ਖਬਰਾਂ ਦਾ ਵਿਸਥਾਰ। ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦੇ ਵਿਰੋਧ 'ਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਮਲੋਟ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਸ਼ਹਿਰ 'ਚ ਇਕੱਠੇ ਹੋ ਗਏ ਤੇ ਉਹਨਾਂ ਨੇ ਬਠਿੰਡਾ ਚੌਕ 'ਚ ਧਰਨਾ ਪ੍ਰਦਰਸ਼ਨ ਕਰਨਾ ਆਰੰਭ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਪੁਲਿਸ ਉਹਨਾਂ ਦੇ ਸਾਥੀਆਂ ਤੇ ਨਾਜਾਇਜ਼ ਪਰਚੇ ਦਰਜ ਕਰ ਰਹੀ ਹੈ। ਪੁਲਿਸ ਵੱਲੋਂ ਉਹਨਾਂ ਕਿਸਾਨਾਂ ਦੇ ਘਰ 'ਚ ਵੀ ਛਾਪੇ ਮਾਰੇ ਜਾ ਰਹੇ ਨੇ ਜੋ ਇਸ ਦੁਨੀਆ 'ਚ ਨਹੀਂ ਰਹੇ। ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਸਨ। ਮਲੋਟ ਪੂਰੀ ਤਰ੍ਹਾਂ ਨਾਲ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਨਜ਼ਰ ਆਇਆ। ਮਲੋਟ ਵਿੱਚ ਭਾਜਪਾ ਵਿਧਾਇਕ ਅਰੁਣ ਨਾਰੰਗ ਤੇ ਹੋਏ ਹਮਲੇ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਅੱਜ ਭਾਜਪਾ ਨੇ ਇਸ ਹਮਲੇ ਦੇ ਵਿਰੋਧ 'ਚ ਮਲੋਟ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦਾ ਰਲਵਾਂ ਮਿਲਵਾਂ ਅਸਰ ਦੇਖਣ ਨੂੰ ਮਿਲਿਆ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਇਕੱਠ ਨੇ ਪੁਲਿਸ ਦੀ ਨੀਂਦ ਉਡਾ ਦਿੱਤੀ ਹੈ। ਅੱਜ ਸੈਂਕੜੇ ਕਿਸਾਨ ਮਲੋਟ ਸ਼ਹਿਰ 'ਚ ਇਕੱਠੇ ਹੋਏ ਅਤੇ ਮਾਰਚ ਕੱਢਦੇ ਹੋਏ ਬਠਿੰਡਾ ਚੌਕ ਉੱਤੇ ਧਰਨਾ ਪ੍ਰਦਰਸ਼ਨ ਆਰੰਭ ਦਿੱਤਾ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਬੈਰੀਕੇਡਿੰਗ ਕੀਤੀ ਹੈ। ਸ਼ਹਿਰ 'ਚ ਦੰਗਾਰੋਧੀ ਵਾਹਨ ਵੀ ਤਾਇਨਾਤ ਕੀਤੇ ਗਏ ਨੇ। ਸ਼ਹਿਰ ਦੇ ਅੰਦਰ ਬਾਹਰ ਜਾਣ ਵਾਲੇ ਰਸਤਿਆਂ ਉੱਤੇ ਨਾਕੇਬੰਦੀ ਕੀਤੀ ਗਈ ਹੈ। ਪੁਲਿਸ ਅਤੇ ਕਿਸਾਨਾਂ ਦੇ ਆਮਣੇ ਸਾਹਮਣੇ ਹੋਣ ਨਾਲ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਲਗਾਤਾਰ ਉਹਨਾਂ ਵਿਰੁੱਧ ਬਿਆਨ ਦਿੱਤੇ ਜਾ ਰਹੇ ਸਨ। ਹਰਿਆਣਾ ਅਤੇ ਦਿੱਲੀ 'ਚ ਕਈ ਕਿਸਾਨਾਂ ਉੱਤੇ ਹਮਲਾ ਕੀਤਾ ਗਿਆ ਅਤੇ ਉਲਟਾ ਉਹਨਾਂ ਕਿਸਾਨਾਂ ਉੱਤੇ ਹੀ ਕੇਸ ਦਰਜ ਕਰ ਲਏ ਗਏ। ਕਿਸਾਨਾਂ ਮੁਤਾਬਕ ਉਹਨਾਂ ਦੇ ਹੁਣ ਤੱਕ 300 ਦੇ ਕਰੀਬ ਸਾਥੀ ਸ਼ਹੀਦੀ ਪ੍ਰਾਪਤ ਕਰ ਚੁੱਕੇ ਨੇ, ਪਰ ਭਾਜਪਾ ਲੀਡਰਾਂ ਦੇ ਮੂੰਹ ਵਿੱਚੋਂ ਨਿੰਦਾ ਦਾ ਇੱਕ ਬਿਆਨ ਤੱਕ ਨਹੀਂ ਨਿਕਲਿਆ ਅਤੇ ਹੁਣ ਭਾਜਪਾ ਵਿਧਾਇਕ ਦੀ ਕੁੱਟਮਾਰ ਦੀ ਮਾਮੂਲੀ ਘਟਨਾ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਝਗੜਾ ਭਾਜਪਾ ਦੇ ਦੋ ਗੁੱਟਾਂ ਦੀ ਆਪਸੀ ਰੰਜਿਸ਼ ਦਾ ਹੋ ਸਕਦਾ ਹੈ, ਜਿਸ ਵਿੱਚ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਉਹਨਾਂ ਮੁਤਾਬਕ ਪੁਲਿਸ ਵੱਲੋਂ ਉਹਨਾਂ ਕਿਸਾਨਾਂ ਦੇ ਘਰ ਵੀ ਛਾਪੇ ਮਾਰੇ ਜਾ ਰਹੇ ਨੇ ਜੋ ਕਿਸਾਨੀ ਅੰਦੋਲਨ ਦੌਰਾਨ ਆਪਣੀ ਜਾਨ ਗਵਾ ਚੁੱਕੇ ਨੇ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਉਹਨਾਂ ਦੇ ਸਾਥੀਆਂ ਉੱਤੇ ਦਰਜ ਕੀਤੇ ਪਰਚੇ ਰੱਦ ਕਰਨ ਦੀ ਮੰਗ ਕੀਤੀ ਹੈ। ਸਾਰਿਆਂ ਨੇ ਨਿੰਦਿਆ ਕੀਤੀ ਹੈ ਹਰੇਕ ਪਾਸੇ ਜੀ, ਕਿਸੇ ਨੇ ਵੀ ਉਹਨੂੰ ਚੰਗਾ ਨਹੀਂ ਕਿਹਾ ਜੀ। ਪਰ ਹੁਣ ਉਹਦਾ ਇਹ ਮਤਲਬ ਨਹੀਂ ਕਿ ਇੱਕ ਛੋਟੀ ਜਿਹੀ ਘਟਨਾ ਹੋ ਗਈ ਤੇ ਉਹਦੇ ਨਾਲ ਕੋਈ ਬੀਜੇਪੀ ਨੂੰ ਬਹੁਤ ਵੱਡਾ ਕੋਈ ਸੰਜੀਵਨੀ ਮਿਲ ਗਈ ਆ। 350 ਦੇ ਕਰੀਬ ਜਵਾਨ ਉੱਥੇ ਸ਼ਹੀਦ ਹੋ ਗਏ ਨੇ ਤੇ ਜਿਹੜਾ ਉਹ ਸਾਡਾ ਸਿੰਘ ਜਿਹਨੂੰ ਖਿੱਚ ਕੇ ਅੰਦਰੋਂ ਤੇ ਦਸਤਾਰ ਤੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਬੀਜੇਪੀ ਦੇ ਗੁੰਡਿਆਂ ਨੇ ਉੱਥੇ ਸਿੰਘੂ ਬਾਰਡਰ ਤੇ ਜੋ ਕੀਤਾ ਸੀ, ਉਦੋਂ ਤਾਂ ਕਿਸੇ ਬੀਜੇਪੀ ਦੇ ਬੰਦੇ ਨੇ ਕੋਈ ਹਾਂ ਦੇ ਨਾਰਾ ਮਾਰਿਆ ਸੀ? ਕਿਸੇ ਨੇ ਕਿਹਾ ਵੀ ਕੋਈ ਇੱਕ ਗੁਰਸਿੱਖ ਦੀ ਬੇਇੱਜ਼ਤੀ ਹੋਈ ਆ? ਇੱਕ ਬੰਦਾ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਉਹਨੂੰ ਖਿੱਚ ਕੇ ਲੈ ਗਏ, ਪੁਲਿਸ ਨੇ ਕੋਲੇ ਖੜ ਕੇ ਕਟਾਇਆ। ਇਹ ਗੱਲਾਂ ਜਦੋਂ ਕਿਸਾਨਾਂ ਤੇ ਹੁੰਦੀਆਂ ਤਾਂ ਬੀਜੇਪੀ ਮੌਨ ਹੋ ਜਾਂਦਾ। ਤੇ ਜੇਕਰ ਕਿਸੇ ਸ਼ਰਾਰਤੀ ਬੰਦਿਆਂ ਨੇ, ਜਿਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ, ਸਾਨੂੰ ਸੁਣ ਜੇ ਗੱਲ ਪਤਾ ਲੱਗੀ ਆ ਕਿ ਬੀਜੇਪੀ ਦੀ ਅੰਦਰੂਨੀ ਜਿਹੜੀ ਝਗੜਾ ਸੀ ਉਹ ਕਾਰਨ ਬਣਿਆ ਉਸ ਰੌਲੇ ਦਾ। ਬੀਜੇਪੀ ਦੇ ਬੰਦਿਆਂ ਨੇ ਮਗਰੋਂ ਆਵਾਜ਼ਾਂ ਦਿੱਤੀਆਂ ਵੀ ਫੜ ਲਓ ਤੇ ਨੌਜਵਾਨ ਬੰਦੇ ਕੁਛ ਤੈਸ਼ 'ਚ ਆ ਕੇ ਉਹਨਾਂ ਨੇ ਉਹ ਜਿਹੜਾ ਪ੍ਰੋਗਰਾਮ ਕਰਤਾ। ਜਿਹੜਾ ਸਾਡਾ ਅੱਜ ਵਾਲੇ ਪ੍ਰੋਟੈਸਟ ਦਾ ਮੇਨ ਮਕਸਦ ਇਹ ਆ ਵੀ ਜਿਹੜੇ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਵਿਧਾਇਕ ਨਾਲ ਘਟਨਾ ਵਾਪਰੀ ਕਿ ਉਹਨੇ ਤਾਂ ਆਪਣੇ ਆਪ ਵਪਾਰੀ ਉਹਨੂੰ ਛੱਡ ਦਿਓ। ਅੱਜ ਵਾਲੇ ਧਰਨੇ ਦੀ ਗੱਲ ਕਰਦੇ
ਉਹ ਜਿਹੜੇ ਉਦੋਂ ਕਿਸਾਨ ਇੱਥੇ ਆਏ ਸੀ ਉਹਨਾਂ ਕੁਝ ਕਿਸਾਨ ਤਾਂ ਆਏ ਸੀ, ਕੁਝ ਕਿਸਾਨ ਆਏ ਵੀ ਨਹੀਂ, ਜਿਹੜੇ ਘਰਾਂ 'ਚ ਬੈਠੇ ਸੀ, ਜਿਨ੍ਹਾਂ ਤੇ ਪੁਲਿਸ ਪ੍ਰਸ਼ਾਸਨ ਨੇ 22 ਨੇਮ ਪਰਚੇ ਦਰਜ ਕੀਤੇ ਹੋਏ ਨੇ। ਅਸੀਂ ਉਹਨਾਂ ਜਿਹੜੇ ਕਿਸਾਨਾਂ ਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਰੱਦ ਕਰਾਉਣ ਲਈ, ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ, ਇਸ ਵਾਸਤੇ ਜਿਹੜਾ ਅੱਜ ਪ੍ਰੋਟੈਸਟ ਰੱਖਿਆ ਹੋਇਆ। ਇਹ ਜਿਹੜਾ ਹੈਗਾ ਸਾਡੇ ਸੂਬੇ ਦੇ ਆਗੂ ਕਾਕਾ ਸਿੰਘ ਕੋਟਲਾ ਜਨਰਲ ਸਕੱਤਰ ਪੰਜਾਬ ਪਹੁੰਚ ਰਹੇ ਨੇ। ਉਹ ਅਗਲਾ ਫੈਸਲਾ ਜਿਹੜਾ ਉਹ ਐਕਸ਼ਨ ਲੈਣਾ ਉਹ ਉਹਨਾਂ ਨੇ ਲੈਣਾ, ਉਹਨਾਂ ਦੀ ਮੀਟਿੰਗ ਤੋਂ ਬਾਅਦ ਦੱਸਾਂਗੇ। ਦੱਸ ਦਈਏ ਕਿ ਪੁਲਿਸ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ 4 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 23 ਹੋਰ ਦੇ ਹਮਲੇ 'ਚ ਸ਼ਾਮਲ ਹੋਣ ਸੰਬੰਧੀ ਪਛਾਣ ਕੀਤੀ ਹੈ। ਹੁਣ ਕਿਸਾਨਾਂ ਨੇ ਆਪਣੇ ਸਾਥੀਆਂ ਉੱਤੇ ਦਰਜ ਕੀਤੇ ਕੇਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਆਰੰਭ ਦਿੱਤਾ ਹੈ, ਜਿਸ ਨਾਲ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣ ਗਿਆ ਹੈ। ਮਲੋਟ 'ਚ ਬੀਤੇ ਦਿਨੀ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਤੇ ਹੋਏ ਹਮਲੇ ਖਿਲਾਫ ਬਰਨਾਲਾ 'ਚ ਵੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਰੋਸ ਮਾਰਚ ਕੱਢਿਆ ਤੇ ਨਾਅਰੇਬਾਜ਼ੀ ਕੀਤੀ ਹੋਈ ਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਭਾਜਪਾ ਆਗੂਆਂ ਨੇ ਨਾਰੰਗ ਦੇ ਕੱਪੜੇ ਪਾੜਨ ਤੇ ਕੁੱਟਮਾਰ ਕਰਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ 'ਚ ਅਮਨੋ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ ਅਤੇ ਪੁਲਿਸ ਵਿਧਾਇਕ ਦੀ ਸੁਰੱਖਿਆ ਕਰਨ 'ਚ ਨਾਕਾਮ ਰਹੀ। ਉਹਨਾਂ ਇਸ ਹਮਲੇ ਨੂੰ ਕਾਤਲਾਨਾ ਕਰਾਰ ਦਿੰਦਿਆਂ ਲੋਕਤੰਤਰ ਦਾ ਘਾਣ ਦੱਸਿਆ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਸੂਬੇ 'ਚ ਰਾਸ਼ਟਰਪਤੀ ਰਾਜ ਲਗਾ ਦੇਣਾ ਚਾਹੀਦਾ ਹੈ। ਕੱਲ ਸਾਡੇ ਮਾਣਯੋਗ ਐਮਐਲਏ ਨੇ ਅਬੋਹਰ ਤੋਂ ਅਰੁਣ ਨਾਰੰਗ ਜੀ ਉਹ ਮਲੋਟ ਵਿਖੇ ਗਏ ਸੀ ਤਾਂ ਕਿ ਜਿਹੜਾ 4 ਸਾਲ ਦਾ ਕਾਂਗਰਸ ਦਾ ਫੇਲੀਅਰ ਹੈ, 4 ਸਾਲਾਂ 'ਚ ਕਾਂਗਰਸ ਸਰਕਾਰ ਨੇ ਜਿਹੜਾ ਪੰਜਾਬ 'ਚ ਗੁੰਡਾ ਰਾਜ ਦਿੱਤਾ ਹੈ ਔਰ ਕੋਈ ਵੀ ਕੰਮ ਨਹੀਂ ਕੀਤਾ, ਉਹ ਉਸ ਫੇਲੀਅਰ ਨੂੰ ਗਣਾਉਣ ਗਏ ਸੀ, ਦੱਸਣ ਗਏ ਸੀ। ਉਹਨੇ ਪ੍ਰੈਸ ਕਾਨਫਰੰਸ ਰੱਖੀ ਸੀ। ਹਾਲੇ ਉਹ ਉੱਥੇ ਪਹੁੰਚਦੇ ਹੀ ਨੇ ਤਾਂ ਉੱਥੇ ਕਾਂਗਰਸ ਦੇ ਕੁਝ ਗੁੰਡਿਆਂ ਨੇ ਇਕੱਠੇ ਹੋ ਕੇ ਉਹਨਾਂ ਤੇ ਹਮਲਾ ਕਰਤਾ, ਉਹਨਾਂ ਤੇ ਸਿਆਹੀ ਸਿੱਟੀ। ਮੈਂ ਦੇਖੋ, ਤੁਸੀਂ ਜੇ ਕੋਈ ਪਰਸਨਲੀ ਉਹਨਾਂ ਨੂੰ ਜਾਣਦਾ, ਮੈਂ ਸਮਝਦਾ ਅਰੁਣ ਨਾਰੰਗ ਜੀ ਤੋਂ ਸ਼ਰੀਫ ਕੋਈ ਹੋ ਨਹੀਂ ਸਕਦਾ। ਐਡੇ ਦਰਵੇਸ਼ ਤੇ ਵਧੀਆ ਉਹ ਇਨਸਾਨ ਨੇ, ਸਾਰਾ ਹਲਕਾ ਉਹਨਾਂ ਨੂੰ ਪਿਆਰ ਕਰਦਾ। ਸੁਨੀਲ ਜਾਖੜ ਵਰਗੇ ਬੰਦੇ ਨੂੰ ਉਹਨਾਂ ਨੇ ਹਰਾਇਆ ਹੈ ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਗੱਲ ਕਰਨੀ ਚਾਹੀ ਤਾਂ ਉਸ ਤੋਂ ਬਾਅਦ ਕੁਝ ਗੁੰਡੇ ਅਨਸਰਾਂ ਨੇ ਉਹਨਾਂ ਨੂੰ ਦੁਕਾਨ ਤੋਂ ਬਾਹਰ ਖਿੱਚ ਕੇ ਉਹਨਾਂ ਦੇ ਕੱਪੜੇ ਵੀ ਪਾੜੇ, ਉਹਨਾਂ ਨੂੰ ਬੇਇੱਜ਼ਤ ਵੀ ਕੀਤਾ, ਉਹਨਾਂ ਨੂੰ ਕੁੱਟਿਆ ਮਾਰਿਆ। ਮੈਂ ਸਮਝਦਾ ਕਿੱਥੋਂ ਦਾ ਇਨਸਾਫ ਹੈ ਇਹਨੂੰ ਆਪਾਂ ਸਰਕਾਰ ਕਹਾਂਗੇ। ਇਸ ਤੋਂ ਬਾਅਦ ਕੀ ਧੱਜੀਆਂ ਉੱਡਣਗੀਆਂ। ਸਾਰਾ ਪੰਜਾਬ ਤਰਾ ਕਰਦਾ ਵੀ ਜਦੋਂ ਇੱਕ ਐਮਐਲਏ ਇੱਥੇ ਆਵਾਜ਼ ਨਹੀਂ ਐਮਐਲਏ ਦੀ ਤਾਂ ਆਮ ਬੰਦਾ ਕੀ ਸਮਝਦੇ ਹੋ ਤੁਸੀਂ ਕੀ ਕਰੂਗਾ? ਜਿੱਥੇ ਜੀ ਕਰਦਾ ਬਦਮਾਸ਼ੀ ਕਰਨ ਬਹਿ ਜਾਓ। ਉਹਨਾਂ ਦੀ ਬਦਮਾਸ਼ੀ ਵੀ ਗਣਾਉਣ ਗਏ ਸੀ। ਕੀ ਗੱਲ 4 ਸਾਲ ਦਾ ਉਹ ਵੀ ਨਹੀਂ ਸੁਣਿਆ ਜਾਂਦਾ ਵੀ ਅਸੀਂ ਕੀ ਕਰਿਆ? ਬਹੁਤ ਮਾੜੀ ਘਟਨਾ ਹੋਈ ਆ, ਇਹਨੂੰ ਘਟਨਾ ਨਾਲ ਨਹੀਂ ਜੋੜਿਆ ਜਾ ਸਕਦਾ, ਇਹ ਕਾਂਗਰਸ ਸਰਕਾਰ ਨਾਲ ਜੋੜਿਆ ਜਾ ਸਕਦਾ ਕਿਉਂਕਿ ਕਿਸਾਨਾਂ ਦੇ ਰੂਪ ਦੇ ਵਿੱਚ ਕੁਝ ਲੋਕ ਕਾਂਗਰਸ ਨੇ ਭੇਜ ਕੇ ਜਾਣ ਕੇ ਸਾਰਾ ਕੁਝ ਕਰਾਇਆ ਕਿਉਂਕਿ ਕਾਂਗਰਸ ਦੇ ਬਹੁਤ ਵੱਡੇ ਆਦਮੀ ਨੂੰ ਇਸ ਸਾਡੇ ਐਮਐਲਏ ਸਾਹਿਬ ਨੇ ਹਰਾਇਆ ਸੀਗਾ। ਇਸ ਕਰਕੇ ਉਹਦਾ ਬਦਲਾ ਲੈਣ ਦੇ ਲਈ ਕਿਸਾਨਾਂ ਦੇ ਰੂਪ ਦੇ ਵਿੱਚ ਆ ਕੇ ਉਹਨਾਂ ਦਾ ਅੰਦੋਲਨ ਨੂੰ ਵੀ ਢਾਹ ਲਾ ਰਹੇ ਨੇ। ਕਿਸਾਨ ਸਾਡੇ ਵੀਰ ਨੇ, ਉਹਨਾਂ ਦਾ ਹੱਕ ਬਣਦਾ ਪ੍ਰੋਟੈਸਟ ਕਰਨ ਦਾ, ਪ੍ਰੋਟੈਸਟ ਕਰਨ। ਅਸੀਂ ਵੀ ਉਹਨਾਂ ਦੇ ਨਾਲ ਆ, ਕੋਈ ਗੱਲ ਨਹੀਂ, ਅਸੀਂ ਵੀ ਇਹਨਾਂ ਦੀ ਆਵਾਜ਼ ਉੱਪਰ ਪਹੁੰਚਾਉਂਦੇ ਆ। ਜਿਉਂ ਸ਼ੁਰੂ ਹੋਇਆ ਜਦ ਤੋਂ ਉੱਪਰਲੇ ਅਧਿਕਾਰੀਆਂ ਨੂੰ ਇਹਨਾਂ ਦੀ ਸਾਰੀ ਆਵਾਜ਼ ਪਹੁੰਚਾਉਂਦੇ ਆ ਔਰ ਪਹੁੰਚਾਉਂਦੇ ਰਹਾਂਗੇ। ਪਰ ਜਿਹੜਾ ਇਹਨਾਂ ਦਾ ਅੰਦੋਲਨ ਫੇਲ ਕਰਨ ਦੀ ਗੱਲ ਆ ਕਾਂਗਰਸ ਦੀ, ਇਹਨਾਂ ਦੇ ਬੰਦੇ ਵਿੱਚ ਵੜ ਕੇ ਇਹਨਾਂ ਦਾ ਅੰਦੋਲਨ ਵੀ ਫੇਲ ਕਰਨਾ ਚਾਹੁੰਦੇ ਆ ਤੇ ਆਪਣੀਆਂ ਜਿਹੜੀਆਂ ਨਾਕਾਮੀਆਂ ਨੇ ਉਹਨਾਂ ਨੂੰ ਦੱਬਣ ਦੇ ਲਈ, ਲੁਕਾਉਣ ਦੇ ਲਈ ਇਹ ਕੁਝ ਕਰਾਉਂਦੇ ਨੇਗੇ। ਇਸ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਚਾਹੁੰਦੇ ਵੀ ਰਾਸ਼ਟਰਪਤੀ ਰਾਜ ਲਾਗੂ ਕਰਕੇ ਕਾਂਗਰਸ ਸਰਕਾਰ ਨੂੰ ਜਲਦੀ ਕੀਤਾ ਜਾਵੇ। ਲੁਧਿਆਣਾ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਦੌਰਾਨ ਕੇਂਦਰ ਸਰਕਾਰ ਨੂੰ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਗਈ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਹਰਮੀਤ ਸਿੰਘ ਕਾਦੀਆਂ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਫਸਲਾਂ ਦੀ MSP ਦੀ ਕਾਨੂੰਨੀ ਗਰੰਟੀ ਮਿਲਣ ਤੱਕ ਅੰਦੋਲਨ ਖਤਮ ਕਰਨ ਵਾਲੇ ਨਹੀਂ। ਉਹਨਾਂ ਕਿਹਾ ਕਿ ਚੁੱਪ ਧਾਰੀ ਬੈਠੀ ਸਰਕਾਰ ਨੂੰ ਜਗਾਉਣ ਲਈ ਹੁਣ ਸਖਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ। ਜੇਕਰ ਸਰਕਾਰ ਜ਼ਿੱਦੀ ਹੈ ਤਾਂ ਕਿਸਾਨ ਵੀ ਘੱਟ ਜ਼ਿੱਦੀ ਨਹੀਂ। ਉਹਨਾਂ ਸਰਕਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਵੀ ਚੇਤਾਵਨੀ ਦਿੱਤੀ। ਲੁਧਿਆਣਾ ਦਾਣਾ ਮੰਡੀ ਵਿੱਚ ਕਿਸ਼ਤੀ ਮਜ਼ਦੂਰਾਂ ਤੇ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਗਈ, ਜਿਸ ਵਿੱਚ ਦਲਿਤ ਵਰਗ ਨੇ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ। ਮਹਾਪੰਚਾਇਤ ਵਿੱਚ ਕਿਸਾਨ ਆਗੂ ਅਤੇ ਮਜ਼ਦੂਰ ਆਗੂ ਵੀ ਪੁੱਜੇ, ਜਿਨ੍ਹਾਂ ਐਲਾਨ ਕੀਤਾ ਕਿ ਹੁਣ ਕੇਂਦਰ ਸਰਕਾਰ ਖਿਲਾਫ ਛੇੜੀ ਗਈ ਇਸ ਲੜਾਈ ਵਿੱਚ ਕਿਸਾਨ, ਮਜ਼ਦੂਰ ਤੇ ਦਲਿਤ ਭਾਈਚਾਰੇ ਵੱਲੋਂ ਸਾਂਝੇ ਤੌਰ ਉੱਤੇ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ,
ਹਰਮੀਤ ਸਿੰਘ ਕਾਦੀਆਂ, ਸੁਪਰੀਮ ਕੋਰਟ ਦੇ ਵਕੀਲ ਭਾਨੂ ਪ੍ਰਤਾਪ ਤੇ ਨੌਦੀਪ ਕੌਰ ਨੇ ਲੋਕਾਂ ਨੂੰ ਇਕੱਠੇ ਹੋ ਕੇ ਇਸ ਅੰਦੋਲਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਇਸ ਮਹਾਪੰਚਾਇਤ ਦੀ ਅਗਵਾਈ ਸੇਵਾ ਮੁਕਤ IAS RS ਲੱਦੜ ਨੇ ਕੀਤੀ। ਕਿਸਾਨ ਆਗੂ ਬਲਵੀਰ ਸਿੰਘ ਰਾਚੇਵਾਲ ਨੇ ਕਿਹਾ ਕਿ ਸਰਕਾਰ ਹੁਣ ਲੰਬੇ ਸਮੇਂ ਤੋਂ ਚੁੱਪ ਧਾਰੀ ਬੈਠੀ ਹੈ ਤੇ ਸ਼ਾਇਦ ਉਸ ਨੂੰ ਵਹਿਮ ਹੈ ਕਿ ਅੰਦੋਲਨ ਨੂੰ ਲੰਮਾ ਲਟਕਾ ਕੇ ਕਿਸਾਨ ਉੱਠ ਜਾਣਗੇ। ਪਰ ਇਸ ਸਟੇਜ ਰਾਹੀਂ ਉਹ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਕਿਸਾਨ ਬਿਨਾਂ ਕਾਨੂੰਨ ਵਾਪਸ ਕਰਵਾਏ ਇੱਥੋਂ ਜਾਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਭਾਜਪਾ ਵਾਲੇ ਜਿੱਦੀ ਨੇ ਤਾਂ ਕਿਸਾਨ ਵੀ ਘੱਟ ਜਿੱਦੀ ਨਹੀਂ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਨੇ ਕਿ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ। ਉਹਨਾਂ ਕਿਹਾ ਕਿ ਬੀਤੇ ਦਿਨੀ ਮਲੋਟ ਵਿੱਚ ਜੋ ਕੁਝ ਵੀ ਹੋਇਆ ਉਹ ਨਿੰਦਣਯੋਗ ਹੈ, ਪਰ ਉਸ ਵਿੱਚ ਕਿਸਾਨ ਜਥੇਬੰਦੀਆਂ ਦੇ ਲੋਕ ਸ਼ਾਮਲ ਨਹੀਂ ਸਨ। बहुत सारे सज्जन कहते ने अंदोलन लंबा हो गया, और कितनी देर चलेगा। सरकार चुपधारी बैठी है। सरकार की गलतफहमी शायद इस गल तो दूर हो जाएगी जदों असी सर्दियां कट्टियां, अज गर्मियां दे विच असी अंदोलन नूं जारी रखण लई अपने उत्ते कानियां दे घर बनाने शुरू कर दिते। असी उत्थे पक्खे पहुंचा दिते, कूलर पहुंचा दिते, AC लग रहे हैं, लंगर लगातार चल रहे हैं। ये तो सरकार को समझ लेना चाहिए भी असी लंबे दाइए नाल बैठे हैं, असी उठण वाले लोग नहीं। जे भाजपा वाले जिद्दी ने तो जिद्दी किसान भी है। बड़ा साफ शब्दों में मैं स्पष्ट कर देना चाहना। एक मैं होर सरकार को वार्निंग देनी चाहना, जिस पासे तुसी तुरे हो, तुसी देश को खाना जंगी वाल धक रहे हो। और मैं कल जो कुछ होया मलोट में मैं साफ करा, साडियां जथेबंदियां दा कोई फैसला नहीं हिंसक होने का। असी कदे हिंसक नहीं होंगे, ना असी हिंसक हाँ ना होवांगे। तो इसलिए मैं समझदा जिहड़े लोग साडे अंदोलन च कुददे ने उन्हां नूं बेनती है कोई पूर्ण शांतमई रहना पहला असूल है जिहड़ा तुहानूं कबूल करना पएगा। सत्याग्रही असी सत्याग्रह का मतलब होता है भाई अपने शरीर के कष्ट झल के जिहदे नाल लड़ाई है उहदी सुत्ती आत्मा नूं जगाउणा ते असी सरकार की सुत्ती हुई आत्मा नूं जगाउण दा काम करना है, किसी की कुटमार का काम नहीं करना। इसलिए मैं नहीं साडा मोर्चा ही आग्ञा नहीं दिंदा कि इस अंदोलन में किसी तरह का वायलेंस आवे। ਪਿਛਲੇ 123 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਨੇ। ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਇਸ ਮੁੱਦੇ ਉੱਤੇ ਕੋਈ ਸਿੱਟਾ ਨਹੀਂ ਨਿਕਲਿਆ ਤੇ ਹੁਣ ਪਿਛਲੇ 68 ਦਿਨਾਂ ਤੋਂ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਗੱਲਬਾਤ ਬੰਦ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਵੱਡੀ ਗੱਲ ਆਖੀ। ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਹੁਣ ਸਰਕਾਰ ਤੱਕ ਜਲਦੀ ਗੱਲ ਪਹੁੰਚਾਉਣੀ ਹੈ ਤਾਂ ਅੰਦੋਲਨ ਨੂੰ ਹੋਰ ਤਿੱਖਾ ਕਰਨਾ ਪਵੇਗਾ, ਜਿਸ ਲਈ ਉਹ ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਸਖਤ ਫੈਸਲੇ ਲੈਣ ਦੀ ਗੱਲ ਕਰਨਗੇ। ਜਿਹੜਾ ਸਾਡਾ ਹਲੇ ਏਮ ਆ, ਜਿਵੇਂ ਅਰਜਨ ਦਾ ਸਿਰਫ ਬੱਚੀ ਦਾ ਨਿਸ਼ਾਨਾ ਸੀ, ਸਾਡਾ ਨਿਸ਼ਾਨਾ ਸਿਰਫ 3 ਲਾਅ ਤੇ 2 ਆਰਡੀਨੈਂਸ ਦੇ ਉੱਤੇ ਦਾ। ਪਹਿਲਾਂ ਵੀ ਮੈਂ ਕਲੀਅਰ ਕਰ ਚੁੱਕਿਆ, ਪ੍ਰੈਸ਼ਰ ਗਰੁੱਪ ਆਪਣਾ ਅੰਦੋਲਨ ਲੜ ਰਿਹਾ। ਜਦੋਂ ਵੀ ਇਹ ਤੋਂ ਹਟ ਕੇ ਕੋਈ ਗੱਲ ਸੋਚੂਗਾ ਤਾਂ ਡੀਰੇਲ ਹੋ ਜਾਊਗਾ। ਇਸ ਟਾਈਮ ਸਾਡਾ ਨਿਸ਼ਾਨਾ 3 ਲਾਅ ਤੇ 2 ਆਰਡੀਨੈਂਸ ਤੇ ਚਾਹੀਦਾ। ਅੱਗੇ 30 ਤਰੀਕ ਦੀ SKM ਦੀ ਮੀਟਿੰਗ ਆ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਤਿੱਖੇ ਪ੍ਰੋਗਰਾਮ ਦਿੱਤੇ ਜਾਣਗੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਵੱਡੀ ਸੱਟ ਚੋਣਾਂ ਵਾਲੇ ਰਾਜਾਂ ਵਿੱਚ ਜਾ ਕੇ ਉਹਨਾਂ ਦਾ ਵਿਰੋਧ ਕਰਕੇ ਮਾਰੀ ਜਾ ਸਕਦੀ ਹੈ। ਬੰਗਾਲ ਵਿੱਚ ਉਹਨਾਂ ਦੇ ਲੀਡਰ ਇਹ ਕੰਮ ਕਰ ਰਹੇ ਨੇ। ਪੰਜਾਬ ਵਿੱਚ ਕਿਸਾਨ ਸਮਰਥਕ ਭਾਜਪਾ ਦਾ ਲਗਾਤਾਰ ਵਿਰੋਧ ਕਰ ਰਹੇ ਨੇ। ਉਹਨਾਂ ਕਿਹਾ ਕਿ ਇਹ ਲਹਿਰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗੀ, ਜਿਸ ਦਾ ਅਸਰ ਭਾਜਪਾ ਉੱਤੇ ਜ਼ਰੂਰ ਪਵੇਗਾ। 8 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਾਝਾ ਹਲਕੇ ਦੀ ਪਹਿਲੀ ਕਿਸਾਨ ਮਹਾਪੰਚਾਇਤ ਬਟਾਲਾ ਦੀ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਹੈ। ਇਸ ਦੀ ਜਾਣਕਾਰੀ ਅੱਜ ਕਿਸਾਨ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਹਨਾਂ ਮੁਤਾਬਕ ਇਸ ਮਹਾਪੰਚਾਇਤ 'ਚ ਕਿਸਾਨ ਮੋਰਚੇ ਦੇ ਚੋਟੀ ਦੇ ਲੀਡਰ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਕਈ ਨਾਮਵਰ ਕਲਾਕਾਰ ਗਾਇਕ ਵੀ ਮਹਾਪੰਚਾਇਤ 'ਚ ਸ਼ਿਰਕਤ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ 8 ਅਪ੍ਰੈਲ ਨੂੰ ਬਟਾਲਾ ਦਾਣਾ ਮੰਡੀ ਵਿਖੇ 35,000 ਦੇ ਕਰੀਬ ਲੋਕਾਂ ਦਾ ਇਕੱਠ ਹੋਵੇਗਾ। ਇਸ ਦੇ ਲਈ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਨੇ। 8 ਅਪ੍ਰੈਲ ਨੂੰ ਆਪਾਂ ਦਾਣਾ ਮੰਡੀ ਬਟਾਲੇ ਦੇ ਵਿੱਚ ਕਿਸਾਨ ਮਜ਼ਦੂਰ ਵਪਾਰੀ ਕਿਸਾਨ ਮਹਾਪੰਚਾਇਤ ਕਰਵਾ ਰਹੇ ਹਾਂ।
ਤੇ ਜਿਹਦੇ ਵਿੱਚ ਸੰਯੁਕਤ ਮੋਰਚੇ ਤੋਂ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਪਹੁੰਚ ਰਹੇ ਨੇ, ਡਾਕਟਰ ਦਰਸ਼ਨਪਾਲ ਜੀ ਪਹੁੰਚ ਰਹੇ ਨੇ, ਸਰਜੀਤ ਸਿੰਘ ਫੂਲ ਪਹੁੰਚ ਰਹੇ ਨੇ, ਮਨਜੀਤ ਰਾਏ ਪਹੁੰਚ ਰਹੇ ਨੇ ਤੇ ਹਰਮੀਤ ਕਾਦੀਆਂ ਜੀ ਪਹੁੰਚ ਰਹੇ ਨੇ, ਰਣਜੀਤ ਸਿੰਘ ਰਾਜੂ ਤੇ ਉਹ ਮੁੰਡਾ ਆਪਣਾ ਹਰਿਆਣੇ ਵਾਲਾ ਨਵਦੀਪ ਪਹੁੰਚ ਰਿਹਾ ਵਾ, ਵੀਰ ਸਿੰਘ ਪਹੁੰਚ ਰਹੇ ਨੇ, ਰੇਸ਼ਮ ਸਿੰਘ ਅਨਮੋਲ ਪਹੁੰਚ ਰਹੇ ਨੇ। ਤੇ ਸਾਡਾ ਮਕਸਦ ਇਹੋ ਹੀ ਆ ਕਿ ਆਪਾਂ ਆਪਣੇ ਮਾਝੇ ਏਰੀਏ ਨੂੰ ਪੂਰੇ ਨੂੰ ਲਾਮਬੰਦ ਕਰਨਾ ਵਾ ਤੇ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਆਪਾਂ ਇਹ ਰੈਲੀ ਕਰਵਾ ਰਹੇ ਹਾਂ ਤੇ ਇਲਾਕਾ ਨਿਵਾਸੀਆਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਸਾਰੇ ਸਾਥ ਦਿਓ ਵੱਧ ਚੜ੍ਹ ਕੇ, ਕਿ ਆਪਣੇ ਹੱਕਾਂ ਨੂੰ ਪਛਾਣੋ, ਆਪਣੀ ਪਾਵਰ ਨੂੰ ਪਛਾਣੋ। ਹੁਣ ਕਿ ਲੋੜ ਆ, ਸਮੇਂ ਦੀ ਲੋੜ ਆ ਵੀ ਇਕਜੁੱਟਤਾ ਆਪਾਂ ਵਿਖਾਈਏ ਤਾਂ ਆਪਾਂ ਆਪਣਾ ਮੋਰਚਾ ਫਤਿਹ ਕਰੀਏ। ਇਹ ਇਕੱਠ ਤਕਰੀਬਨ 30-35 ਹਜ਼ਾਰ ਤੋਂ ਉੱਪਰ ਜਾਏਗਾ ਜੀ। ਸਾਰੇ ਲੋਕ ਜਿਹੜੇ ਆ ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਹੈ ਔਰ ਪੰਜਾਬ ਤੇ ਇਸ ਅੰਦੋਲਨ ਨੂੰ ਲੈ ਕੇ ਪਹਿਲਾਂ ਤੋਂ ਤੁਰਿਆ ਹੋਇਆ ਔਰ ਮਾਝੇ ਦੇ ਲੋਕ ਤੇ ਪਹਿਲਾਂ ਤੋਂ ਲਾਮਬੰਦ ਨੇ ਔਰ ਬਹੁਤ ਵੱਡੇ ਲੈਵਲ ਦੇ ਉੱਪਰ ਜਿਹੜਾ ਇਕੱਠ ਹੋਵੇਗਾ। ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਆਖਰੀ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸਤ ਦੇ ਧਰਮ ਸਮੇਤ ਹੋਰਨਾਂ ਸੰਸਥਾਵਾਂ ਤੇ ਭਾਰੂ ਪੈਣ ਨਾਲ ਦੇਸ਼ ਨੂੰ ਨੁਕਸਾਨ ਹੋ ਰਿਹਾ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਮੌਜੂਦਾ ਹੁਕਮਰਾਨ ਪਾਰਟੀ ਕਾਰਨ ਘੱਟ ਗਿਣਤੀਆਂ ਤੇ ਤਸ਼ੱਦਦ ਹੋ ਰਹੇ ਨੇ। ਦੱਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਤੇ ਫੁੱਲਾਂ ਦੇ ਰੰਗਾਂ ਨਾਲ ਬਣੇ ਗੁਲਾਲ ਨਾਲ ਹੋਲੀ ਖੇਡਦਿਆਂ ਉਤਸ਼ਾਹ ਨਾਲ ਸਰਾਬੋਰ ਨਜ਼ਰ ਆਈਆਂ। ਅੱਜ ਹੋਲੇ ਮਹੱਲੇ ਦੇ ਆਖਰੀ ਦਿਨ ਵੀ ਵੱਡੀ ਤਾਦਾਦ ਵਿੱਚ ਸੰਗਤ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਹੋਰ ਗੁਰੂ ਘਰਾਂ ਵਿੱਚ ਮੱਥਾ ਟੇਕਿਆ। ਇਸ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੰਗਤਾਂ ਨੂੰ ਹੋਲੇ ਮਹੱਲੇ ਦੇ ਪਾਵਨ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਪਰੰਤ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਸਾ ਪੰਥ ਨੂੰ ਹੋਲੇ ਮਹੱਲੇ ਦੀ ਵਧਾਈ ਦਿੰਦਿਆਂ ਕੌਮ ਦੇ ਨਾਮ ਸੰਦੇਸ਼ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਰਾਜਨੀਤੀ ਧਰਮ ਸਮੇਤ ਹਰ ਸੰਸਥਾ ਉੱਤੇ ਭਾਰੀ ਪੈ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਬਚਾਅ ਤਾਂ ਹੀ ਹੋ ਸਕਦਾ ਹੈ ਜੇਕਰ ਧਰਮ, ਸਮਾਜ ਅਤੇ ਅਰਥਚਾਰਾ ਰਾਜਨੀਤੀ ਉੱਤੇ ਭਾਰੂ ਹੋਵੇ। ਭਾਰਤ ਦੀਆਂ ਸੰਸਥਾਵਾਂ ਦੀ ਗੱਲ ਕਰਦਾ, ਸਾਰੀਆਂ ਸੰਸਥਾਵਾਂ ਦਾ ਦਿਵਾਲਾ ਜਿਹੜਾ ਹੈ ਉਹ ਨਿਕਲ ਚੁੱਕਿਆ। ਲੋਕ ਤਰਾਹ ਕਰ ਰਹੇ ਹੈ ਲੇਕਿਨ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ। ਐਸੀ ਪੋਜੀਸ਼ਨ ਦੇ ਵਿੱਚ ਧਰਮ ਨੂੰ ਮਜ਼ਬੂਤ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਵੱਡੀ ਜ਼ਰੂਰਤ ਹੈ ਕਿਉਂਕਿ ਧਰਮ ਹੀ ਆਸਰਾ ਬਣਦਾ ਹੈ, ਧਰਮ ਹੀ ਸਹਾਰਾ ਬਣਦਾ ਹੈ। ਜਦੋਂ ਹਕੂਮਤ ਜ਼ਾਬਰ ਜ਼ੁਲਮ ਕਰਨ ਵਾਲੀ ਬਣ ਜਾਏ ਤੇ ਫਿਰ ਹਕੂਮਤ ਦੇ ਜ਼ੁਲਮ ਦਾ ਮੁਕਾਬਲਾ, ਜ਼ਬਰ ਦਾ ਮੁਕਾਬਲਾ ਧਰਮ ਦੇ ਸਹਿਤ ਕੀਤਾ ਜਾ ਸਕਦਾ ਹੈ। ਕਿਸੇ ਨਾਸਤਿਕ ਵਿਚਾਰ ਦੇ ਨਾਲ ਹਕੂਮਤੀ ਜ਼ਬਰ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸਾਨੂੰ ਚੇਤੇ ਰੱਖਣੀ ਚਾਹੀਦੀ ਹੈ। ਇਸ ਕਰਕੇ ਹਰ ਸਿੱਖ ਨੂੰ ਅੱਜ ਵਧੇਰੇ ਧਰਮੀ ਹੋਣ ਦੀ ਜ਼ਰੂਰਤ ਹੈ। ਜੇ ਅਸੀਂ ਬਚਣਾ ਹੈ, ਜੇ ਅਸੀਂ ਜੀਣਾ ਹੈ ਤਾਂ ਸਾਨੂੰ ਗੁਰੂ ਦਾ ਸਾਥ ਜਿਹੜਾ ਹੈ ਉਹ ਲੈਣਾ ਹੀ ਪਏਗਾ। ਨਹੀਂ ਤਾਂ ਜਿਸ ਤਰ੍ਹਾਂ ਦਾ ਭਾਰਤ ਦੇ ਅੰਦਰ ਮਾਹੌਲ ਬਣਾਇਆ ਜਾ ਰਿਹਾ ਹੈ, ਮੈਂ ਬਾਕੀ ਘੱਟ ਗਿਣਤੀਆਂ ਦੇ ਸਹਿਤ ਮੈਂ ਸਿੱਖਾਂ ਦੀ ਵੀ ਗੱਲ ਕਰਾਂ ਕਿ ਸਾਡਾ ਜੀਣਾ ਉਸ ਹਾਲਤ ਦੇ ਵਿੱਚ ਹੀ ਬਿਹਤਰ ਹੋ ਸਕਦਾ ਹੈ ਜਿਸ ਕਿਸਮ ਦਾ ਮਾਹੌਲ ਬਣ ਰਿਹਾ ਹੈ। ਜੇ ਅਸੀਂ ਗੁਰੂ ਦਾ ਪੱਲਾ ਫੜ ਲਈਏ, ਗੁਰੂ ਦਾ ਆਸਰਾ ਲੈ ਲਈਏ, ਗੁਰੂ ਦਾ ਸਹਾਰਾ ਲੈ ਲਈਏ, ਫਿਰ ਹੀ ਅਸੀਂ ਬਚ ਸਕਦੇ ਹਾਂ। ਜੇ ਅਸੀਂ ਗੁਰੂ ਤੋਂ ਦੂਰ ਹੋ ਗਏ, ਗੁਰੂ ਤੋਂ ਟੁੱਟ ਗਏ ਤੇ ਹਿੰਦੁਸਤਾਨ ਦੇ ਅੰਦਰ ਸਿਸਟਮ ਐਸਾ ਬਣ ਰਿਹਾ ਹੈ ਕਿ ਸਾਡੀ ਹੋਂਦ ਜਿਹੜੀ ਹੈ ਇਹ ਖਤਰੇ ਦੇ ਵਿੱਚ ਪੈਣ ਜਾ ਰਹੀ ਹੈ। ਅੱਜ ਗੁਰੂ ਨੂੰ ਅੰਗ ਸੰਗ ਰੱਖਣ ਦੀ ਵਧੇਰੇ ਗਿਣਤੀ ਦੇ ਵਿੱਚ ਲੋੜ ਹੈ। ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਨੂੰ ਬਚਾਉਣ ਲਈ ਆਪਣਾ ਸੀਸ ਵਾਰ ਦਿੱਤਾ ਸੀ, ਪਰ ਅੱਜ ਹੁਕਮਰਾਨ ਪਾਰਟੀ ਅਤੇ ਦੇਸ਼ ਦੀ ਬਹੁਗਿਣਤੀ ਕਾਰਨ ਸਿੱਖ ਧਰਮ ਉੱਤੇ ਸੰਕਟ ਖੜਾ ਹੋ ਗਿਆ ਹੈ। ਕਿਸਾਨ ਲੰਬੇ ਅਰਸੇ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਅੰਦੋਲਨ ਕਰ ਰਹੇ ਨੇ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਸਿੱਖ ਧਰਮ ਦੇ ਕਈ ਗੁਰਦੁਆਰਿਆਂ ਦੀ ਹੋਂਦ ਵੀ ਖਤਰੇ ਵਿੱਚ ਵਿਖਾਈ ਦੇ ਰਹੀ ਹੈ। ਸਾਨੂੰ ਮਾਣ ਹੈ ਜਿਸ ਦਾ ਜ਼ਿਕਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਅੰਦਰ ਕੀਤਾ। ਤਿਲਕ ਜਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕੱਲੂ ਮਹਿਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲੀਦਾਨ ਦੇ ਕੇ ਦੇਸ਼ ਅਤੇ ਧਰਮ ਦੀ ਰਾਖੀ ਕੀਤੀ।
ਅਤੇ ਅੱਜ ਇਸ ਦੇਸ਼ ਦੇ ਮੰਦਰਾਂ ਅਤੇ ਦੀਵਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖੂਨ ਤੇਲ ਬਣ ਕੇ ਬਲ ਰਿਹਾ ਹੈ। ਪਰ ਖਾਲਸਾ ਜੀ ਅੱਜ ਇਸ ਦੇਸ਼ ਦੇ ਹੁਕਮਰਾਨ ਅਤੇ ਦੇਸ਼ ਦੀ ਬਹੁ ਗਿਣਤੀ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਬਦਨੀਅਤ ਹੋ ਰਹੀ ਹੈ। ਅੱਜ ਸਾਡੀ ਕੌਮ ਅਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਦਬਾਉਣ ਅਤੇ ਡਰਾਉਣ ਦੇ ਯਤਨ ਹੋ ਰਹੇ ਹਨ ਅਤੇ ਸਾਡੇ ਲੋਕਾਂ ਨੂੰ ਨਿੱਕੇ ਮਸਲਿਆਂ ਅਤੇ ਆਪਣੇ ਹੱਕਾਂ ਲਈ ਮੁੜ ਸੰਘਰਸ਼ ਕਰਨੇ ਪੈ ਰਹੇ ਹਨ। ਸਾਡੇ ਦੇਸ਼ ਦਾ ਅੰਨਦਾਤਾ ਸਾਡਾ ਕਿਸਾਨ ਅੱਜ ਸੜਕਾਂ ਤੇ ਰੋ ਰਿਹਾ ਹੈ ਅਤੇ ਆਪਣੇ ਜੀਵਨ ਬਲੀਦਾਨ ਕਰ ਰਿਹਾ ਹੈ। ਅੱਜ ਸਾਡੇ ਕਈ ਪਵਿੱਤਰ ਗੁਰਧਾਮ ਜਿਨ੍ਹਾਂ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ, ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ ਅਤੇ ਗੁਰਦੁਆਰਾ ਜਗਨਨਾਥਪੁਰੀ ਆਰਤੀ ਸਾਹਿਬ ਵਾਲਾ ਅਸਥਾਨ ਜਿਸ ਦੀ ਹੋਂਦ ਖਤਰੇ ਵਿੱਚ ਪਾਈ ਗਈ ਹੈ। ਪਰ ਦੇਸ਼ ਦਾ ਹਾਕਮ ਅੱਜ ਮੁੜ ਸਾਡੀ ਆਵਾਜ਼ ਸੁਣਨ ਦੀ ਬਜਾਏ ਆਪਣੇ ਰਾਜ ਮਾਦ ਵਿੱਚ ਮਸਤ ਹੋਇਆ ਟਸ ਤੋਂ ਮਸ ਨਹੀਂ ਹੋ ਰਿਹਾ। ਦੱਸ ਦਈਏ ਕਿ ਅੱਜ ਹੋਲੇ ਮਹੱਲੇ ਦੇ ਆਖਰੀ ਦਿਨ ਉੱਤੇ ਫੁੱਲਾਂ ਦੇ ਰੰਗਾਂ ਨਾਲ ਹੋਲੀ ਖੇਡੀ ਗਈ ਹੈ, ਜਿਸ ਦੇ ਲਈ ਸ਼੍ਰੋਮਣੀ ਕਮੇਟੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਮੈਨੇਜਮੈਂਟ ਵੱਲੋਂ ਪ੍ਰਬੰਧ ਕੀਤੇ ਗਏ ਸਨ। ਸੰਗਤਾਂ ਇਸ ਮੌਕੇ ਉਤਸ਼ਾਹ 'ਚ ਸਰਾਬੋਰ ਅਤੇ ਖਾਲਸਾਈ ਰੰਗ 'ਚ ਰੰਗੀਆਂ ਨਜ਼ਰ ਆ ਰਹੀਆਂ ਸਨ। ਇਹ ਜੋ ਹੋਲਾ ਮਹੱਲਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਦਿਨ ਜਿੰਨੀਆਂ ਵੀ ਫੌਜਾਂ ਹੁੰਦੀਆਂ ਵਾ ਦੁਨੀਆ ਦੇ ਵਿੱਚ ਜਿੱਥੇ ਵੀ ਨਿਹੰਗ ਸਿੰਘ ਰਹਿੰਦੇ ਨੇ ਉਸ ਦਿਨ ਆਪਣਾ ਹੋਲੇ ਮਹੱਲੇ ਵਾਲੇ ਦਿਨ ਉਸ ਦਿਨ ਘੋੜ ਸਵਾਰੀ ਦਿਖਾਉਂਦੇ ਹੈਗੇ ਤੇ ਗੱਤਕੇ ਦੇ ਜੋਹਰ ਸਾਰੇ ਫੌਜਾਂ ਦਿਖਾਉਂਦੀਆਂ ਨੇਗੀਆਂ ਤੇ ਇਹ ਦਿਨ ਜਿਹੜਾ ਖਾਲਸੇ ਲਈ ਆ ਬਹੁਤ ਹੀ ਸਪਿਰਿਟ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਦੱਸ ਦਈਏ ਕਿ ਹੋਲੇ ਮਹੱਲੇ ਦੇ ਆਖਰੀ ਦਿਨ ਅੱਜ ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਿਆ ਜਾ ਰਿਹਾ ਹੈ। ਇਸ ਮਹੱਲੇ ਨੂੰ ਵੇਖਣ ਲਈ ਦੇਸ਼ ਵਿਦੇਸ਼ ਦੇ ਲੋਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਆਪਣੀ ਹਾਜ਼ਰੀ ਲਗਵਾਉਂਦੇ ਨੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਇਤਿਹਾਸਕ ਚਰਨ ਗੰਗਾ ਸਟੇਡੀਅਮ 'ਚ ਖਾਲਸਾਈ ਫੌਜ ਨਿਹੰਗ ਸਿੰਘਾਂ ਵੱਲੋਂ ਮਹੱਲਾ ਖੇਡਣ ਤੋਂ ਬਾਅਦ ਸੰਪੰਨ ਹੋ ਗਿਆ। ਇਸ ਸਮਾਗਮ 'ਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂਵੇਲਾ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਅਤੇ ਵੱਡੀ ਗਿਣਤੀ 'ਚ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦੇ ਮੁਖੀਆਂ ਨੇ ਹਾਜ਼ਰੀ ਭਰੀ। ਅੰਤਿਮ ਦਿਨ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ਹੇਠ ਮਹੱਲਾ ਕੱਢਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਵੱਲੋਂ ਇਤਿਹਾਸਕ ਚਰਨ ਗੰਗਾ ਸਟੇਡੀਅਮ 'ਚ ਕਰਤੱਵ ਵੀ ਦਿਖਾਏ ਗਏ। ਇਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਲਗੀਧਰ ਨੇ ਜਿੱਥੇ ਹੋਰ ਧਰਮ ਜਿਹੜੇ ਸੀਗੇ ਉਹ ਹੋਰ ਆਪੋ ਆਪਣੇ ਢੰਗ ਤਰੀਕੇ ਨਾਲ ਹੋਲੀ ਦੇ ਦਿਹਾੜੇ ਨੂੰ ਮਨਾਉਂਦੇ ਸੀ। ਸੋ ਖਾਲਸੇ ਪੰਥ ਦੇ ਵਿੱਚ ਬਹੁਤ ਹੀ ਚੜ੍ਹਦੀ ਕਲਾ ਵਾਲੀ ਰਵਾਇਤ ਦਿਖਾਉਣ ਵਾਸਤੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਪ੍ਰਚਲਿਤ ਕੀਤਾ ਔਰ ਮਹਾਰਾਜ ਦੇ ਬਚਨ ਹਨ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿਰਪਾਨਿਤ ਬਚਨ ਅਮੋਲਾ। ਸੋ ਮਹਾਰਾਜ ਨੇ ਆਖਿਆ ਕਿ ਇਸ ਹੋਲੇ ਮਹੱਲੇ ਵਾਲੇ ਦਿਨ ਜਿੰਨਾ ਵੀ ਖਾਲਸਾ ਪੰਥ ਹੋਊਗਾ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਉਹ ਸਾਰਾ ਹੀ ਹੋਲੇ ਮਹੱਲੇ ਤੇ ਇਕੱਠਾ ਹੋਇਆ ਕਰੂਗਾ ਔਰ ਇੱਥੇ ਆ ਕੇ ਸਾਰੇ ਜਾਣੇ ਘੋੜ ਦੌੜ ਜਿਵੇਂ 2-2 ਘੋੜਿਆਂ ਤੇ 4-4 ਘੋੜਿਆਂ ਦੇ ਉੱਤੇ ਦੌੜਾਂ ਸਿੰਘ ਛੱਡਦੇ ਆ ਔਰ ਨਾਲ ਸਾਰੇ ਜਾਣੇ ਸ਼ਸਤਰਾਂ ਨਾਲ ਲੈਸ ਹੋ ਕੇ ਆਉਂਦੇ ਆ ਔਰ ਗੱਤਕੇ ਦੇ ਜ਼ੋਰ ਦਿਖਾਲਦੇ ਆ। ਸਹੀ ਮਾਇਨੇ ਦੇ ਵਿੱਚ ਇੱਕ ਜੰਗ ਦਾ ਜਲੌ ਦਾ ਜਿਹੜਾ ਮਾਹੌਲ ਹੁੰਦਾ ਮਹਾਰਾਜ ਨੇ ਆਪਸ ਵਿੱਚ ਫੌਜਾਂ ਜਿਵੇਂ 2 ਧੜਿਆਂ ਦੇ ਵਿੱਚ ਵੰਡ ਕੇ ਤੇ ਉਹਨਾਂ ਦੇ ਕੋਲੋਂ ਆਪਸ ਵਿੱਚ ਜੰਗ ਦੀ ਰਿਹਰਸਲ ਸੱਚੇ ਪਾਤਸ਼ਾਹ ਇੱਥੇ ਹੋਲੇ ਮਹੱਲੇ ਤੇ ਕਰਾਉਂਦੇ ਸਨ। ਉਹ ਇਸ ਕਰਕੇ ਕਰਾਉਂਦੇ ਸਨ ਕਿ ਦੁਸ਼ਮਣ ਦੇ ਉੱਤੇ ਕਿਵੇਂ ਹੱਲਾ ਬੋਲਣਾ, ਕਿਵੇਂ ਫੌਜ ਨੇ ਚੜ੍ਹ ਕੇ ਜਾਣਾ, ਕਿਵੇਂ ਦੁਸ਼ਮਣ ਦੇ ਉੱਤੇ ਫਤਿਹ ਪਾਉਣੀ ਆ। ਉਹ ਸਾਰੇ ਹੱਲੇ ਦਾ ਸੀਨ, ਜੋਸ਼ ਦਾ ਸੀਨ, ਇੱਕ ਜੰਗ ਦਾ ਸੀਨ ਜਿਹੜਾ ਉਹ ਸਾਰਾ ਇਹ ਹੋਲੇ ਮਹੱਲੇ ਦੇ ਉੱਤੇ ਪ੍ਰਚਲਿਤ ਹੁੰਦਾ। ਪੰਜਾਬ ਦੇ ਲੋਕਾਂ ਨੇ ਅੱਜ ਹੋਲੀ ਦਾ ਤਿਉਹਾਰ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ। ਇਸ ਦੌਰਾਨ ਜਿੱਥੇ ਬੱਚਿਆਂ ਤੇ ਨੌਜਵਾਨਾਂ ਨੇ ਇੱਕ ਦੂਜੇ ਦੇ ਰੰਗ ਲਗਾ ਕੇ ਹੋਲੀ ਮਨਾਈ, ਉੱਥੇ ਹੀ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਔਰਤਾਂ ਨੇ ਵੀ ਖੂਬ ਧਮਾਲ ਮਚਾਉਂਦੇ ਹੋਏ ਇੱਕ ਦੂਜੇ ਦੇ ਰੰਗ ਲਗਾਇਆ ਤੇ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ। ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇਸ ਵਾਰ ਕੈਮੀਕਲ ਮੁਕਤ ਰੰਗਾਂ ਨਾਲ ਹੋਲੀ ਖੇਡ ਰਹੇ ਨੇ। ਰੰਗਾਂ ਦੇ ਇਸ ਤਿਉਹਾਰ ਤੇ ਦੇਸ਼ ਵਿਦੇਸ਼ ਦੀਆਂ ਸਿਆਸੀ ਹਸਤੀਆਂ ਨੇ ਲੋਕਾਂ ਨੂੰ ਵਧਾਈ ਦਿੱਤੀ ਹੈ। ਹੋਲੀ ਦਾ ਤਿਉਹਾਰ ਜਿੱਥੇ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਪੰਜਾਬ ਵਿੱਚ ਵੀ ਇਸ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ। ਪੰਜਾਬ ਵਿੱਚ ਹੋਲੀ ਦਾ ਤਿਉਹਾਰ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਬੱਚੇ ਆਪਣੇ ਗੁਆਂਢ ਵਿੱਚ ਹੀ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਮਨਾ ਰਹੇ ਸਨ, ਉੱਥੇ ਹੀ ਨੌਜਵਾਨਾਂ ਨੇ ਮੋਟਰਸਾਈਕਲਾਂ,
ਸਕੂਟਰਾਂ ਉੱਤੇ ਸਵਾਰ ਹੋ ਕੇ ਇੱਕ ਦੂਜੇ ਤੇ ਰੰਗ ਲਗਾਇਆ। ਬਹੁਤ ਸਾਰੇ ਬੱਚੇ ਆਪਣੇ ਘਰਾਂ ਦੇ ਬਾਹਰ ਪਿਚਕਾਰੀ ਅਤੇ ਗੁਲਾਲਾਂ ਦੇ ਸੁਮੇਲਾਂ ਦਾ ਨਜ਼ਾਰਾ ਲੈਂਦੇ ਵੇਖੇ ਗਏ। ਇਸ ਦੌਰਾਨ ਮਹਿਲਾਵਾਂ ਨੇ ਵੀ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਸਾਂਝੀ ਕੀਤੀ ਅਤੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਵਧੀਆ ਕੁਆਲਿਟੀ ਦੇ ਰੰਗਾਂ ਨਾਲ ਹੀ ਹੋਲੀ ਖੇਡ ਰਹੇ ਨੇ। ਕੈਮੀਕਲ ਵਾਲੇ ਰੰਗਾਂ ਦੀ ਵਰਤੋਂ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਦੁਕਾਨਦਾਰ ਵੀ ਰੰਗਾਂ ਦੀ ਵਿਕਰੀ ਤੋਂ ਸੰਤੁਸ਼ਟ ਨਜ਼ਰ ਆਏ। ਅੱਜ ਤੋਂ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ। ਅੱਜ ਹੋਲੀ ਦਾ ਤਿਉਹਾਰ ਹੈ। ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅਸੀਂ ਕੋਈ ਮਾੜਾ ਰੰਗ ਨਹੀਂ ਵਰਤ ਰਹੇ, ਅਸੀਂ ਬਹੁਤ ਚੰਗਾ ਰੰਗ ਵਰਤ ਰਹੇ ਹਾਂ ਜਿਸ ਨਾਲ ਕੋਈ ਇਨਫੈਕਸ਼ਨ ਨਹੀਂ ਹੁੰਦੀ। ਬਹੁਤ ਜ਼ਿਆਦਾ ਵਧੀਆ ਰਿਹਾ ਜੀ। ਆਪਾਂ ਬਿਨਾਂ ਕੈਮੀਕਲ ਤੋਂ ਰੰਗ ਯੂਜ਼ ਕਰਦੇ ਹਾਂ। ਗੁਲਾਲ ਦਾ ਰੀਅਲ ਲੱਗਦਾ ਜੀ। ਵੇਖ ਸਕਦੇ ਤੁਸੀਂ ਆ ਕੇ ਐਤਕੀ ਬਹੁਤ ਵਧੀਆ ਕਿਰਪਾ ਰਹੀ ਮਾਲਕ ਦੀ। ਰੰਗ ਸਾਰਾ ਝੜ ਗਿਆ ਜੀ। ਵੇਖ ਤਾਂ ਆਪਾਂ ਸਾਰਾ ਤਿਉਹਾਰ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਬੜੇ ਹੀ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ। ਅੱਜ ਹੋਲੀ ਦੇ ਤਿਉਹਾਰ ਦੇ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਤੇ ਹੋਲੀ ਦਾ ਤਿਉਹਾਰ ਜਿਹੜਾ ਪਵਿੱਤਰ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਹੋਲਿਕਾ ਨੂੰ ਸਾੜਿਆ ਵੀ ਜਾਂਦਾ। ਦੂਜੀ ਗੱਲ ਇਹ ਆ, ਇੱਕ ਹੋਲੀ ਦੇ ਤਿਉਹਾਰ ਦੇ ਰਾਹੀਂ ਮੇਰਾ ਨੌਜਵਾਨਾਂ ਨੂੰ ਇੱਕ ਮੈਸੇਜ ਆ, ਜਿਹੜੇ ਵੀ ਹੋਲੀ ਖੇਡਦੇ ਆ, ਬਹੁਤ ਤਰ੍ਹਾਂ ਦੇ ਰੰਗ ਜਿਹੜੇ ਆਏ ਆ ਨਵੇਂ, ਜਿਨ੍ਹਾਂ ਵਿੱਚ ਕੈਮੀਕਲ ਪਾਇਆ ਹੋਇਆ। ਇਹੋ ਜਿਹੜੇ ਰੰਗ ਆ ਉਹ ਆਪਾਂ ਨੂੰ ਨਹੀਂ ਵਰਤਣੇ ਚਾਹੀਦੇ, ਜਿਨ੍ਹਾਂ ਦਾ ਨੁਕਸਾਨ ਆਪਣੀਆਂ ਅੱਖਾਂ ਨੂੰ ਹੁੰਦਾ ਹੋਵੇ, ਆਪਣੀ ਚਮੜੀ ਨੂੰ ਹੁੰਦਾ ਹੋਵੇ, ਚਿਹਰੇ ਨੂੰ ਹੁੰਦਾ ਹੋਵੇ। ਇਸ ਕਰਕੇ ਆਪਾਂ ਨੂੰ ਨੋਰਮਲ ਰੰਗ ਜਿਹੜੇ ਆ ਉਹ ਵਰਤਣੇ ਚਾਹੀਦੇ ਆ। ਵਧੀਆ ਪਿਆਰ ਔਰ ਪ੍ਰੇਮ ਦੀ ਭਾਵਨਾ ਨਾਲ ਹੋਲੀ ਸਾਰਿਆਂ ਨੂੰ ਖੇਡਣੀ ਚਾਹੀਦੀ ਆ। ਦੁਬਾਰਾ ਇਹੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਹੋਲੀ ਦੇ ਤਿਉਹਾਰ ਦੀਆਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ। ਹੋਲੀ ਦੇ ਇਸ ਤਿਉਹਾਰ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਨੇ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਹੋਲੀ ਉੱਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵੀਟ ਕਰਕੇ ਲੋਕਾਂ ਨੂੰ ਹੋਲੀ ਦੀ ਵਧਾਈ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਸਮੇਤ ਸਾਰੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਆਪਸੀ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਇਸ ਤਿਉਹਾਰ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਮਨਾਉਣਾ ਚਾਹੀਦਾ ਹੈ। ਤਪਾ ਮੰਡੀ ਵਿਖੇ ਜਿੱਥੇ ਹੋਲੀ ਦਾ ਤਿਉਹਾਰ ਨੌਜਵਾਨਾਂ ਤੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ, ਉੱਥੇ ਹੀ ਸ਼ਹਿਰ ਦੇ ਅੰਦਰਲੇ ਬੱਸ ਸਟੈਂਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਨੌਜਵਾਨਾਂ ਨੇ ਇੱਕ ਨੌਜਵਾਨ ਉੱਪਰ ਬੇਸਬਾਲ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਜ਼ਖਮੀ ਨੌਜਵਾਨ ਨੂੰ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ। ਉਧਰ ਦੁਕਾਨਦਾਰਾਂ ਨੇ ਵੀ ਹਿੰਮਤ ਦਿਖਾਉਂਦੇ ਹੋਏ ਇੱਕ ਆਰੋਪੀ ਨੂੰ ਬੜੀ ਮੁਸਤੈਦੀ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਸਪਤਾਲ ਦਾਖਲ ਜ਼ਖਮੀ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਮੁੰਡਾ ਕਿੱਥੋਂ ਕੱਪੜੇ ਲੈਣ ਆਇਆ ਸੀਗਾ ਦੁਕਾਨ ਤੇ ਉਸ ਘੇਰ ਕੇ ਮੁੰਡਿਆਂ ਨੇ ਕੁੱਟਮਾਰ ਕਰਕੇ ਮਾਰਨਾ ਉਹ ਕੀਤਾ ਸੀਗਾ ਤੇ ਵੀ ਇਹਨਾਂ ਨੂੰ ਮਤਲਬ ਸਜ਼ਾ ਹੋਣੀ ਚਾਹੀਦੀ ਹੈ। ਕਿੰਨੇ ਸੱਟਾਂ ਵੱਜੀਆਂ ਤੁਹਾਡੇ? ਇਹ ਸਿਰ ਤੇ ਸੱਟਾਂ ਵੱਜੀ, ਬਾਹਾਂ ਪੂਰੀ ਹੈ, ਇੱਕ ਹੱਥ ਤੇ ਹੈ ਜੀ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਭਾਜਪਾ ਦੇ ਮਲੋਟ ਬੰਦ ਨੂੰ ਮਿਲਿਆ ਰਲਮਾ ਮਿਲਮਾ ਹੁੰਗਾਰਾ। ਸੈਂਕੜੇ ਕਿਸਾਨਾਂ ਨੇ ਮਲੋਟ ਵਿਖੇ ਰੋਸ ਮਾਰਚ ਕੱਢ ਕੇ ਪਰਚੇ ਰੱਦ ਕਰਨ ਦੀ ਕੀਤੀ ਮੰਗ। ਹਾਲਾਤ ਤਣਾਅਪੂਰਨ ਹੁੰਦੇ ਵੇਖ ਮਲੋਟ 'ਚ ਵੱਡੀ ਗਿਣਤੀ 'ਚ ਪੁਲਿਸ ਬਲ ਕੀਤਾ ਗਿਆ ਤੈਨਾਤ। ਮਹਾਪੰਚਾਇਤ ਦੌਰਾਨ ਕਿਸਾਨ ਆਗੂਆਂ ਨੇ ਦਿੱਤੀ ਕੇਂਦਰ ਨੂੰ ਚੇਤਾਵਨੀ। ਰਾਜੇਵਾਲ ਨੇ ਕਿਹਾ ਸਖਤ ਫੈਸਲੇ ਲੈਣ ਦਾ ਸਮਾਂ ਆਇਆ, ਸਰਕਾਰ ਆਪਣੀਆਂ ਹਰਕਤਾਂ ਤੋਂ ਆਵੇ ਬਾਜ਼, ਸਰਕਾਰ ਜ਼ਿੱਦੀ ਤਾਂ ਕਿਸਾਨ ਮਹਾਜ਼ਿੱਦੀ। 8 ਅਪ੍ਰੈਲ ਨੂੰ ਬਟਾਲਾ ਦੀ ਦਾਣਾ ਮੰਡੀ ਵਿਖੇ ਹੋਵੇਗੀ ਕਿਸਾਨ ਮਹਾਪੰਚਾਇਤ। ਸੰਯੁਕਤ ਕਿਸਾਨ ਮੋਰਚੇ ਦੇ ਚੋਟੀ ਦੇ ਆਗੂ ਲੈਣਗੇ ਭਾਗ। ਗਾਇਕ ਤੇ ਕਲਾਕਾਰ ਵੀ ਲਗਵਾਉਣਗੇ ਮਹਾਪੰਚਾਇਤ 'ਚ ਹਾਜ਼ਰੀ। ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ ਦੀ ਨਿਹੰਗ ਸਿੰਘਾਂ ਦੇ ਕਰਤੱਵਾਂ ਨਾਲ ਸਮਾਪਤੀ। ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਕੌਮ ਦੇ ਨਾਮ ਸੰਦੇਸ਼। ਮੌਜੂਦਾ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਲਈ ਦੱਸਿਆ ਖਤਰਨਾਕ। ਅਤੇ ਦੇਸ਼ ਭਰ 'ਚ ਮਨਾਇਆ ਗਿਆ ਹੋਲੀ ਦਾ ਤਿਉਹਾਰ। ਬੱਚਿਆਂ, ਨੌਜਵਾਨਾਂ ਤੇ ਔਰਤਾਂ ਨੇ ਇੱਕ ਦੂਜੇ ਨੂੰ ਰੰਗ ਲਗਾ ਕੇ ਮਨਾਈ ਹੋਲੀ। ਦੇਸ਼ ਦੁਨੀਆ ਦੇ ਸਿਆਸੀ ਆਗੂਆਂ ਨੇ ਦਿੱਤੀ ਹੋਲੀ ਦੇ ਤਿਉਹਾਰ ਦੀ ਵਧਾਈ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।